संत ज्ञानी हरभजन सिंह जी ढुडी के वाले वो अपने प्रवचनों द्वारा जिथे तुहानू गुरमत दियां विचारां द्वारा निहाल करनगे, महापुरखों नूं शरधा और सत्कार भेंट करनगे। तन 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 जन आया, जिस प्रसाद सब जगत तराया। जन आवन का यह सुआओ, जन का संग चित आवे नाओ। आ मुगत मुगत करे संसार, नानक तिस जन को सदा नमस्कार। संत सहाई जी के भव जल तारन हार। सब ते ऊँचे जानिए नानक नाम प्यार। जिन जानिया सेई तरे, से सिरी सूरे से वीर। नानक तिन बलहारण हर जप उतरे तीर। साहिब सेवक एक समाया, एक दृष्टाया। गुर प्रसाद नानक सच समाया। चवर छतर तख दे मालिक, प्रतख सतगुरु श्री गुरु ग्रंथ साहिब महाराज जी की पावन पवित्र हजूरी विखे सवाएमान हो रहे गुरु खालसा साध संगत जी दास दी निवर गुरफतेह बुलाई प्रवान करो। सारे आखो वाहिगुरु जी का खालसा, वाहिगुरु जी की फतेह। थान सुहावा, जिथे संत सभा। इस स्थान दे महापुरुष जिन्हां दा महापुरुषां नाल अथाह प्रेम प्यार सी, अज भी उस तरह पूर्ण तौर ते वो वेख्या जा सकता है। महापुरुषां का दशहरा जिस दिन मनाया गया सी, उस दिन इस स्थान की मौजूदा मुख प्रबंधक हो के सार संभाल करने वाले संत बाबा बलजिंदर सिंह जी अपने जथे समेत उत्थे पहुँचे सन। ते आप जी ने स्टेज उपर खड़ के महापुरुषों नूं शरधा के फुल भी भेंट किए सन, जो हुण भी असी सुन सकते हैं भी महापुरुषों ने उन्हों के संबंध में की कुछ कहा सी। मैं इस स्थान ते पहली बार बोल रहा हाँ। अपने वालों मैं कुछ नहीं बोलांगा। विद्यार्थी रूप दे विच संत ज्ञानी मोहन सिंह जी के पासों मैं जिस वेले ये ब्रह्म विद्या प्राप्त कर रहा सी, 1972 विच जिहड़ा जत्था है घुडाणी खुरद विखे आया सी। 13-14 सिंह असी इकट्ठियां हो के महापुरुषों तो आग्या लैके इत्थे आए सी। इत्थे उस वेले निहंग सिंह बाबा मल सिंह जी जो महापुरुषों के पिछे बैठ के जो कीर्तन करते होंगे वो कड़े खड़काउंदे होंदे सी। वो कोई समा संत ज्ञानी गुरबचन सिंह खालसा जी के पास भी रहे सी।
ਤੇ ਜਦੋਂ ਇੱਥੇ ਆਏ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਹੋਈ ਤੇ ਮਹਾਂਪੁਰਸ਼ਾਂ ਨੂੰ ਜਾ ਕੇ ਉਹਨਾਂ ਨੇ ਭੋਰੇ ਦੇ ਅੰਦਰ ਕਹਿ ਦਿੱਤਾ ਕਿ ਮਹਾਰਾਜ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਵਿਦਿਆਰਥੀ 13-14 ਜਿਹੜੇ ਸਿੰਘ ਹੈ ਇੱਥੇ ਆਏ ਹੋਏ ਨੇ ਤੇ ਆਪ ਜੀ ਦੇ ਨਾਲ ਮਾਰਾ ਮੇਲ ਮਿਲਾਪ ਕਰਿਆ ਚਾਹੁੰਦੇ, ਆਪ ਜੀ ਦੇ ਵਚਨ ਸੁਣਿਆ ਚਾਹੁੰਦੇ ਨੇ। ਮਹਾਂਪੁਰਸ਼ ਕਹਿੰਦੇ ਵੀ ਹੋ ਜੋ ਉਹਨਾਂ ਨੇ ਕਿਹੜਾ ਸੰਸਾਰੀ ਦੁੱਖ ਰੋਣੇ ਹੈ, ਬ੍ਰਹਮ ਵਿਚਾਰ ਕਰਦੇ ਆਏ ਹੈ। ਬ੍ਰਹਮ ਵਿਚਾਰ ਆਪਾਂ ਰਲ ਮਿਲ ਕੇ ਇੱਥੇ ਭੋਰੇ ਤੋਂ ਬਾਹਰ ਆ ਕੇ ਕਰ ਲਾਂਗੇ। ਸਾਡਾ ਕੁਰਸੀ ਦੇ ਉੱਪਰ ਬੈਠਣ ਦਾ ਸਮਾਂ ਹੋ ਹੀ ਚੁੱਕਿਆ ਹੈ। ਉਹਨਾਂ ਸਿੰਘਾਂ ਨੂੰ ਤੁਸੀਂ ਕਹੋ ਵੀ ਇੱਥੇ ਭੋਰੇ ਦੇ ਨੇੜੇ ਆ ਜਾਣ। ਇੱਥੇ ਹੀ 5-7 ਮਿੰਟ ਆਪਾਂ ਰਲ ਮਿਲ ਕੇ ਵਿਚਾਰ ਕਰ ਲਵਾਂਗੇ, ਉਹਨਾਂ ਦੇ ਬਚਨ ਸੁਣ ਲਵਾਂਗੇ, ਮੈਂ ਵੀ ਕੁਝ ਆਪਣੇ ਵੱਲੋਂ ਬਚਨ ਉਹਨਾਂ ਨਾਲ ਕਰ ਲਵਾਂਗਾ। ਮਹਾਂਪੁਰਸ਼ ਆਏ, ਫਤਿਹ ਦੀ ਸਾਂਝ ਹੋਈ। ਆਉਂਦਿਆਂ ਸਾਰ ਉਹਨਾਂ ਨੇ ਪੁੱਛਿਆ ਕੀ ਪੜ੍ਹਦੇ ਹੁੰਦੇ ਅਸੀਂ। 13-14 ਸਿੰਘ ਸੀ, ਸਾਰਿਆਂ ਨੇ ਰਲ ਮਿਲ ਕਹਿਤਾ ਕਿ ਮਹਾਰਾਜ ਪਹਿਲਾਂ ਵਿਚਾਰ ਸਾਗਰ ਪੜ੍ਹਿਆ ਸੀ, ਫਿਰ ਤਰਕ ਸੰਗ੍ਰਹਿ, ਫਿਰ ਬਿਰਤੀ ਪ੍ਰਭਾਕਰ, ਹੁਣ ਇਸ ਵੇਲੇ ਮਹਾਰਾਜ ਮੋਕਸ਼ ਪੰਥ ਚੱਲ ਰਿਹਾ ਹੈ। ਬਹੁਤ ਖੁਸ਼ ਹੋਏ, ਕਹਿਣ ਲੱਗੇ ਇੱਕ ਮੈਂ ਤੁਹਾਨੂੰ ਵਿਦਿਆਰਥੀਆਂ ਨੂੰ ਬਚਨ ਕਹਾਂਗਾ, ਉਹ ਧਿਆਨ ਨਾਲ ਸੁਣਨਾ। ਉਹ ਕੀ ਹੈ ਵੀ ਬ੍ਰਹਮ ਵਿਦਿਆ ਜਿੰਨੀ ਮਰਜ਼ੀ ਤੁਸੀਂ ਤਕੜੇ ਹੋ ਕੇ ਪੜ੍ਹੋ, ਪਰ ਮਨ ਵਿੱਚ ਕੋਈ ਇੱਛਾ ਨਹੀਂ ਰੱਖਣੀ ਹੈ। ਮਨ ਵਿੱਚ ਐਸਾ ਫੁਰਨਾ ਨਹੀਂ ਕਰਨਾ ਹੈ ਮੈਂ ਗਿਆਨੀ ਬਣ ਕੇ ਆਹ ਕਰੂੰਗਾ, ਮੈਂ ਗਿਆਨੀ ਬਣ ਕੇ ਇਉਂ ਕਰੂੰਗਾ। ਜੇ ਤੁਸੀਂ ਇਹਦੇ ਤੇ ਪਹਿਰਾ ਦਿਓਗੇ ਮੌਜਾਂ ਲੁੱਟੋਗੇ, ਸੁਖੀ ਰਹੋਗੇ। ਹਾਸ ਵਿਸਾਸ ਨਾਲ ਕਹਿਣ ਲੱਗੇ ਵੀ ਮੈਂ ਆਪਣਾ ਫੁਰਨਾ ਕਰ ਬੈਠਾ ਹੈ। ਤਾਂ ਹੁਣ ਬੰਦਗੀ ਕਰਨ ਵਾਲਿਆਂ ਨੂੰ ਜਿਹੜੇ ਫੁਰਨੇ ਉਹ ਵਾਹਿਗੁਰੂ ਹੀ ਕਰਾਉਂਦਾ ਹੁੰਦਾ ਹੈ। ਉਹ ਤਾਂ ਕਾਠ ਕੀ ਪੁਤਰੀ ਕਹਾਂ ਕਰਾ ਬਪਰੀ ਖਿਲਾਵਨ ਹਾਰੋ ਜਾਣਾ ਵਾਲੀ ਗੱਲ ਹੁੰਦੀ ਹੈ, ਕਿਉਂਕਿ ਸੰਸਾਰ ਦੇ ਲੋਕਾਂ ਦਾ ਉਧਾਰ ਇਹਨਾਂ ਮਹਾਂਪੁਰਖਾਂ ਰਾਹੀਂ ਹੋਣਾ ਹੁੰਦਾ ਹੈ। ਫਿਰ ਉਹਨਾਂ ਨੇ ਬਚਨ ਸੁਣਾਇਆ, ਕਹਿੰਦੇ ਮੈਂ ਰੇਰੂ ਸਾਹਿਬ ਮਹਾਂਪੁਰੀ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ ਗੜਵਈ ਰੂਪ ਦੇ ਵਿੱਚ ਰਿਹਾ ਸੀ। ਮੈਂ ਉਹਨਾਂ ਦਾ ਗੜਵਾ ਚੁੱਕਦਾ ਹੁੰਦਾ ਸੀ, ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ। ਦੂਜੇ ਸਨ ਕਹਿੰਦੇ ਭਾਈ ਭਗਵਾਨ ਸਿੰਘ ਜੀ, ਉਹ ਹਲ ਵਾਹੁੰਦੇ, ਖੇਤੀਬਾੜੀ ਦਾ ਸਾਰਾ ਕੰਮ ਧਰਮ ਕਰਦੇ। ਜਦੋਂ ਉਹਨਾਂ ਦਾ ਕਹਿੰਦੇ ਅੰਤ ਦਾ ਸਮਾਂ ਆਇਆ, ਸਾਰੀ ਸੰਗਤ ਨੂੰ ਉਹਨਾਂ ਨੇ ਆਪਣੇ ਕੋਲ ਬੁਲਾ ਲਿਆ। ਕਹਿਣ ਲੱਗੇ ਇਹ ਵੀ 70-80 ਕਿੱਲੇ ਵਜਰ ਕਰੀਮ ਪਏ ਸੀ। ਇਹ ਜਿਹੜੇ ਭਾਈ ਭਗਵਾਨ ਸਿੰਘ ਹੈ ਨਾ, ਸਾਡੇ ਮੁੱਖ ਸੇਵਾਦਾਰ, ਇਹ ਸਾਰੇ ਇਹਨਾਂ ਨੇ ਆਬਾਦ ਕੀਤੇ ਹੈ। ਹੜ ਵਾਹ ਕੇ ਇੱਥੇ ਅਨਾਜ ਪੈਦਾ ਕਰਕੇ, ਇੱਕ ਤਾਂ ਇਹਨਾਂ ਨੇ ਗੁਰੂ ਘਰ ਲੰਗਰ ਬਹੁਤ ਵਧੀਆ ਚਲਾਇਆ ਹੈ। ਵੀ ਤੜਕੇ ਪਰੌਠਾ ਮਿਲਦਾ, ਇੱਕ ਸਬਜ਼ੀ, ਇੱਕ ਦਾਲ, ਇੱਕ ਨਾਲ ਮਿੱਠਾ ਵੀ।
ਤੇ ਦੂਜਾ ਜਿਹੜਾ ਵੱਧ ਆਮਦਨ ਹੋਈ ਹੈ, ਆ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ ਨਾਲ ਪਵਿੱਤਰ ਹੋਇਆ ਅਸਥਾਨ ਹੈ, ਇਹਦੀ ਜਿਹੜੀ ਆਲੀਸ਼ਾਨ ਇਮਾਰਤ ਹੈ, ਇਹ ਸਾਰੀ ਕਹਿੰਦੇ ਇਹਦੇ ਮਿਹਨਤ ਦੀ ਹੈ। ਸਾਰੀ ਖੇਤੀ ਦਾ ਪੈਸਾ ਇਹਨੇ ਗੁਰੂ ਕੇ ਲੰਗਰ ਤੋਂ ਬਚਿਆ ਹੋਇਆ ਹੈ, ਗੁਰੂ ਕਲਗੀਧਰ ਜੀ ਦੇ ਅਸਥਾਨ ਤੇ ਲਾਇਆ ਹੈ। ਇਹ ਬਹੁਤ ਸਿਆਣਾ ਹੈ ਭਾਈ ਭਗਵਾਨ ਸਿੰਘ, ਇਹ ਤਾਂ ਭਗਵਾਨ ਹੀ ਹੈ। ਫਿਰ ਜਿਹਨੇ ਵੀ ਮਹਾਰਾਜ ਦੀ ਸੇਵਾ ਕੀਤੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਇਹਨੂੰ ਹੀ ਸੇਵਾ ਤੇ ਲਾਉਣਾ ਚਾਹੀਦਾ ਹੈ। ਐ ਸੰਗਤ ਜੀ, ਆਉਣ ਵਾਲੇ ਸਮੇਂ ਵਿੱਚ ਇਸ ਸਥਾਨ ਦੀ ਸੇਵਾ ਸੰਭਾਲ ਇਹੀ ਕਰਨਗੇ। ਤੇ ਮਹਾਂਪੁਰਸ਼ਾਂ ਨੇ ਆਪ ਹੀ ਦੱਸਿਆ, ਹੁਣ ਕਹਿੰਦੇ ਮੈਂ ਬੁੱਲ ਦੇ ਢਿੱਲੇ ਕਰ ਲਏ। ਇਹ ਉਹਨਾਂ ਦੇ ਆਪਣੇ ਬਚਨ ਹੈ, ਮੈਂ ਕੋਈ ਬਣਾ ਬਣੂ ਕੇ ਨਹੀਂ ਛੱਡ ਰਿਹਾ ਹੈ ਵੀ ਮੈਂ ਤਾਂ ਵੀ ਗੜਬਾ ਚੁੱਕਦਾ ਹੀ ਰਹਿ ਗਿਆ। ਉਹ ਹੁਣ ਉਸ ਸਮੇਂ ਦੇ ਮਹਾਂਪੁਰਸ਼ ਸੀ, ਅਨੁਭਵੀ ਸੀ। ਕਹਿੰਦੇ ਝੱਟ ਮੇਰੇ ਵੱਲ ਨਿਗਾਹ ਕੀਤੀ, ਕਹਿੰਦੇ ਵੀ ਤੇਰਾ ਨਾਂ ਈਸ਼ਰ ਸਿੰਘ ਹੈ, ਤੂੰ ਵੀ ਬੰਦਗੀ ਕਰਕੇ ਈਸ਼ਰ ਬਣ ਜਾ। ਇਹਨੇ ਗੁਰੂ ਕਲਗੀਧਰ ਜੀ ਦੇ ਘਰ ਦੀ ਸੇਵਾ ਕੀਤੀ ਹੈ, ਮਹਾਨ ਬਣ ਗਿਆ। ਤੂੰ ਜਪ ਤਪ ਬੰਦਗੀ ਕਰਕੇ ਭਾਵੇਂ ਇਹਦੇ ਨਾਲੋਂ ਵੱਡਾ ਸੰਤ ਬਣ ਜਾ। ਕਹਿੰਦੇ ਮੇਰੇ ਮਨ 'ਚ ਉਹਨਾਂ ਦੇ ਬਚਨ ਖੁੱਭ ਗਏ ਵੀ ਗੱਲ ਤਾਂ ਠੀਕ, ਕਹਿੰਦੇ ਇਹ ਤਾਂ ਬੰਦਗੀ ਕਰਨੀ ਹੈ। ਆਪ ਉਹਨਾਂ ਨੇ ਕਿਹਾ ਕਿ ਮੈਂ ਐਂ ਕਿਹਾ ਵੀ ਚੰਗਾ, ਇੰਨੀ ਬੰਦਗੀ ਇੰਨੀ ਘਾਲਣਾ ਕਰੂੰ, ਹੁਣ ਮੈਂ ਬਹੁਤ ਤਕੜਾ ਸੰਤ ਬਣੂੰਗਾ, ਵੱਡਾ ਸੰਤ ਬਣੂੰਗਾ। ਸਿੰਘੋ ਕਹਿੰਦੇ ਫਿਰ ਮੈਂ ਦਿਨ ਰਾਤ ਇੱਕ ਕਰਤਾ ਤੇ ਮਹਾਰਾਜ ਦੀ ਬਖਸ਼ਿਸ਼ ਹੋ ਗਈ। ਹੁਣ ਉਹ ਜਿਹੜਾ ਫੁਰਨਾ ਸੀ, ਫਿਰ ਮਹਾਰਾਜ ਨੇ ਡਿਊਟੀ ਲਾਤੀ, ਵੀ ਲੈ ਵੀ ਤੂੰ ਵਿਚਰ ਵਿਚਰ ਕੇ ਕੀਰਤਨ ਕਰਿਆ ਕਰਨਾ ਹੈ, ਕਥਾ ਕਰਿਆ ਕਰਨੀ, ਵਿਆਖਿਆ ਕਰਿਆ ਕਰਨੀ ਹੈ। ਤੂੰ ਤਾਂ ਜਿੱਥੇ ਪਹੁੰਚਣਾ ਸੀ ਉਹ ਪਹੁੰਚ ਗਿਆ। ਹੁਣ ਤੂੰ ਜਿਹੜੇ ਕੋਈ ਸਤਸੰਗੀ ਹੈ ਨਾ, ਜਗਿਆਸੂ ਹੈ, ਉਹਨਾਂ ਨੂੰ ਇਸ ਪਾਸੇ ਲਾ ਕੇ ਉੱਚੇ ਚੱਕਣਾ ਤੈਂ ਨੇ। ਕਹਿੰਦੇ ਉਹ ਮਹਾਰਾਜ ਵੱਲੋਂ ਮੈਨੂੰ ਡਿਊਟੀ ਲੱਗ ਗਈ ਤੇ ਮੈਂ ਜੱਥਾ ਲੈ ਕੇ ਵਿਚਰਨ ਲੱਗ ਪਿਆ। ਇਸ ਸਥਾਨ ਤੇ ਦੀਵਾਨ ਹਾਲ ਉਦੋਂ ਸ਼ੁਰੂ ਜਿਹਾ ਹੀ ਹੋਇਆ ਸੀ, ਜਦੋਂ ਸਿੰਘਾਂ ਨੇ ਸੀ ਦਰਸ਼ਨ ਕੀਤੇ ਸੀ। ਦੀਵਾਨ ਹਾਲੇ ਬਣ ਹੀ ਰਿਹਾ ਸੀ, ਅਜੇ ਪੂਰਾ ਨਹੀਂ ਹੋਇਆ ਸੀ। ਕਹਿਣ ਲੱਗੇ ਵੀ ਹੁਣ ਮਹਾਨਤਾ ਬਣ ਗਏ। ਉਹ ਜਿਹੜਾ ਫੁਰਨਾ ਸੀ, ਉਹ ਜਿਹੜਾ ਇੱਛਾ ਕੀਤੀ ਸੀ ਨਾ, ਉਹ ਕਹਿੰਦੇ ਦੁਖਦਾਈ ਬਣ ਰਹੀ ਹੈ। ਉਹ ਦੁਖਦਾਈ ਕੀ ਹੈ? ਕਹਿੰਦੇ ਜਿਵੇਂ ਤੁਸੀਂ ਮੌਜਾਂ ਨਾਲ ਫਿਰਦੇ ਤੁਰਦੇ ਆ ਨਾ, ਮੈਂ ਨਹੀਂ ਫਿਰ ਤੁਰ ਸਕਦਾ, ਮੈਨੂੰ ਭੋਰੇ ਵਿੱਚ ਲੋਕੇ ਰਹਿਣਾ ਪੈਂਦਾ। ਜੇ ਮੈਂ ਸੁਤੇ ਸਿੱਧ ਕੋਈ ਬਾਹਰ ਕਿਰਿਆ ਕਰਨ ਵਾਸਤੇ ਵੀ ਨਿਕਲਾਂ, ਕਹਿੰਦੇ ਇੱਧਰੋਂ ਮੱਥੇ ਟੇਕਣ ਵਾਲੇ ਆਉਂਦੇ, ਇੱਧਰੋਂ ਮੱਥੇ ਟੇਕਣ ਵਾਲੇ ਆਉਂਦੇ ਆ। ਕਹਿੰਦੇ ਮੈਂ ਬਾਹਰ ਖੁੱਲ੍ਹਾ ਡੁੱਲਾ ਨਹੀਂ ਵਿਚਰਦਾ, ਅੰਦਾ ਤਾਰਿਆ ਰਹਿਣਾ। ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ। ਕਹਿੰਦੇ ਆਹ ਛੋਟੇ ਸੰਤ ਸਾਰਾ ਕੁਝ ਸੰਭਾਲੀ ਬੈਠੇ ਹੈ, ਪਰ ਇੱਛਾ ਤਾਂ ਮਾੜੀ ਹੈ ਨਾ। ਜੇ ਕਹਿੰਦੇ ਇਹ ਮੈਂ ਇੱਛਾ ਨਾ ਕਰਦਾ, ਫਿਰ ਮੈਨੂੰ ਇੱਥੇ ਅੰਦਰ ਵੜ ਕੇ ਨਹੀਂ ਰਹਿਣਾ ਪੈਣਾ ਸੀ, ਹੁਣ ਮੈਨੂੰ ਲੁੱਕ ਕੇ ਰਹਿਣਾ ਪੈਂਦਾ ਹੈ। ਸੰਗਤ ਵਿੱਚ ਜਦੋਂ ਮੈਂ ਜਾਂਦਾ ਹੈ, ਬੜੇ ਤੇਜ਼ੀ ਨਾਲ ਜਾਂਦਾ ਹੈ। ਇਹ ਤਾਂ ਮਾਤਰ ਨੇ ਵੀ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਆ ਮੰਗਲਾਂ ਦਾ ਕੋਈ ਰੌਲਾ ਗਲਾ ਜਿਹਾ ਹੋਇਆ, ਉਦੋਂ ਹਰਖੋ ਵਾਲੀਏ, ਕਹਾਰਪੁਰਗੇ, ਨਾਨਕਸਰ ਵਾਲੇ, ਇਹ ਰਾੜੇ ਸਾਹਿਬ ਵਾਲੇ ਮਹਾਂਪੁਰਖ, ਸੇਵਾ ਪੰਥੀਏ, ਨਿਰਮਲੇ, ਉਦਾਸੀ, ਸੰਨਿਆਸੀ, ਨਿਹੰਗ ਸਿੰਘ, ਜਿੰਨੀਆਂ ਸਿੱਖ ਬੰਦੀਆਂ ਸਾਰੀਆਂ ਇੱਥੇ ਵੀ ਇਕੱਠੀਆਂ ਕੀਤੀਆਂ ਸੀ, ਉੱਥੇ ਵੀ ਹਰਖੋਵਾਲ ਵੀ। ਤੇ ਦਾਸ ਨੇ ਦੇਖਿਆ ਵੀ ਉਹ ਜਦੋਂ
ਸਟੇਜ ਤੇ ਮਹਾਂਪੁਰਸ਼ਾਂ ਦੇ ਵੱਲ ਨੂੰ ਗਏ ਆ ਨਾ, ਬੜੀ ਤੇਜ਼ੀ ਨਾਲ ਗਏ ਸੀ। ਉੱਠ ਉੱਠ ਕੇ ਲੋਕ ਭੱਜ ਭੱਜ ਕੇ ਮੱਥਾ ਟੇਕਦੇ ਸੀ। ਉਹ ਚਾਹੁੰਦੇ ਸੀ ਵੀ ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ, ਮੈਨੂੰ ਨਾ ਕੋਈ ਟੇਕੇ। ਅੱਗੇ ਪਿੱਛੇ ਤਾਂ ਚਲੋ ਹੋ ਜਾਏ, ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ, ਜਿਹੜੇ ਮਹਾਰਾਜ ਦੇ ਦਰੋਂ ਘਰੋਂ ਵਰਸਾਏ ਹੋਏ ਆ, ਫਿਰ ਉਹ ਐਸਾ ਕੁਛ ਨਹੀਂ ਚਾਹੁੰਦੇ। ਤੇ ਗਏ, ਫਟਾਫਟ ਸਟੇਜ ਤੇ ਬੈਠੇ ਤੇ ਸਾਰਿਆਂ ਨੇ ਵਿਚਾਰ ਵਟਾਂਦਰੇ ਰਾਗਮਾਲਾ ਵਿੱਚ ਸੰਬੰਧ ਵਿੱਚ ਕੀਤੇ ਸੀ। ਉੱਥੇ ਮਾਤਰ ਨੇ ਵੀ ਦਰਸ਼ਨ ਉਹਨਾਂ ਦੇ ਕੀਤੇ ਸੀ। ਇੱਥੇ ਫਿਰ ਉਹਨਾਂ ਨੇ ਇਹ ਕਿਹਾ ਵੀ ਸਿੰਘੋ, ਬਾਕੀ ਜਿੰਨੀ ਮਰਜ਼ੀ ਵਿਦਿਆ ਪੜ੍ਹੋ, ਪਰ ਇੱਛਾ ਨਾ ਕੋਈ ਰੱਖਿਓ। ਜੇ ਇੱਛਾ ਕਰ ਲਈ ਫਿਰ ਤੁਸੀਂ ਮੇਰੇ ਵਾਂਗੂ ਫਸ ਜਾਓਗੇ, ਨਹੀਂ ਸਾਰੀ ਜ਼ਿੰਦਗੀ ਮੌਜਾਂ ਲੁੱਟੋਗੇ। ਇੱਕ ਵਾਰੀ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਕੋਲ ਆਏ ਸੀ। ਉਦੋਂ ਵੀ ਅਸੀਂ 13-14 ਸਿੰਘ, ਉਦੋਂ ਵੀ ਕਢਾਣੀ ਤੋਂ ਹੀ ਆਏ ਸੀ। ਤੇ ਉਹਨਾਂ ਦਾ ਸੁਭਾਅ ਤੁਸੀਂ ਜਾਣਦੇ ਆ ਵੀ ਥੋੜ੍ਹਾ ਜਿਹਾ ਮਖੌਲ ਕਰਨ ਵਾਲਾ ਸੀ। ਮਖੌਲ ਕਰ ਲੈਂਦੇ ਸੀ ਉਹ, ਜਿਹੜੇ ਕੋਈ ਉਹਨਾਂ ਦੇ ਨੇੜੇ ਰਹੇ ਉਹ ਜਾਣਦੇ ਆ। ਇਹਨਾਂ ਦੇ ਪਾਸੋਂ ਸਾਨੂੰ ਇੱਕ ਪੁਸਤਕ ਮਿਲੀ ਸੀ, ਉਹਦਾ ਨਾਂ ਹੈ ਅਦਵੈਤ ਸਿਧਾਂਤ। ਮਹਾਂਪੁਰਸ਼ ਕਹਿੰਦੇ ਵੀ ਅਸੀਂ ਉਂਝ ਤਾਂ ਕਿਸੇ ਨੂੰ ਦਿੰਦੇ ਨਹੀਂ ਆ, ਬਾਕੀ ਤਾਂ ਲਾਇਬ੍ਰੇਰੀ ਵਿੱਚ ਸਭੀਆਂ ਪੁਸਤਕਾਂ ਬਥੇਰੀਆਂ ਪਈਆਂ ਹੈ। ਆਹ ਜਿਹੜੀ ਪੁਸਤਕ ਹੈ ਨਾ, ਅਸੀਂ ਦੇਖ ਕੇ ਅਧਿਕਾਰੀ ਫੇਰ ਕਿਸੇ ਨੂੰ ਦਿੰਦੇ ਆ ਵੀ ਤੁਸੀਂ ਤਾਂ ਹੁਣ ਜੱਥੇ ਦੇ ਸਿੰਘ ਹੋ, ਬ੍ਰਹਮ ਵਿਦਿਆ ਪੜ੍ਹ ਰਹੇ ਹੋ, ਤੁਹਾਡੇ ਤੇ ਇਹਦਾ ਮਾੜਾ ਅਸਰ ਨਹੀਂ ਪੈਣਾ ਹੈ। ਅਸੀਂ ਤਰਕ ਸੰਗ੍ਰਹਿ ਵੀ ਪੜ੍ਹਿਆ ਹੈ, ਪੰਚਦਸੀ ਵੀ ਪੜ੍ਹੀ ਹੈ, ਬਿਰਤੀ ਪ੍ਰਭਾਕਰ ਵੀ ਦੇਖਿਆ ਹੈ, ਮੋਕਸ਼ ਪੰਥ ਵੀ ਦੇਖਿਆ, ਆਤਮ ਪੁਰਾਣ ਵੀ ਪੜ੍ਹਿਆ। ਇਹ ਸਾਰੇ ਵਿਧਾਨ ਦੇ ਪੁਸਤਕ ਅਸੀਂ ਬਾਚੇ ਹੋਏ ਨੇ। ਆਹ ਜਿਹੜਾ ਪੁਸਤਕ ਅਸੀਂ ਛਾਪਿਆ ਨਾ ਅਦਵੈਤ ਸਿਧਾਂਤ, ਇਹ ਉਰਦੂ ਵਿੱਚ ਸੀ। ਇਹ ਥੋੜ੍ਹੇ ਅਸੀਂ ਪੁਸਤਕ ਛਾਪੇ ਹੈ, ਕਿਸੇ ਕਿਸੇ ਗਿਆਨੀ ਧਿਆਨੀ ਨੂੰ ਅਸੀਂ ਦਿੰਦੇ ਹਾਂ। ਤੁਸੀਂ ਹੁਣ ਉਹਨਾਂ ਕੋਲੋਂ ਆਏ ਆ, ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਪੁਸਤਕ ਅਸੀਂ ਦੇਵਾਂਗੇ। ਉਹਨਾਂ ਨੇ ਦਿੱਤਾ ਸੀ। ਜਦੋਂ ਸਿੰਘਾਂ ਨੂੰ ਪਤਾ ਲੱਗਿਆ, ਫਿਰ ਉਹ ਕਹਿੰਦੇ ਵੀ ਸਾਨੂੰ ਵੀ ਦਵਾਓ, ਸਾਨੂੰ ਵੀ ਦਵਾਓ। ਫਿਰ ਅਸੀਂ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਸੀ। ਕਹਿੰਦੇ ਮਹਾਰਾਜ ਵੀ ਉਹ ਅਦਵੈਤ ਸਿਧਾਂਤ ਇਹ ਸਿੰਘ ਮੰਗਦੇ ਆ, ਸਾਡੇ ਮਗਰ ਪਏ, ਇਹਨਾਂ ਨੂੰ ਵੀ ਦਿਓ। ਉਹ ਹੱਸ ਕੇ ਕਹਿੰਦੇ ਵੀ ਦੇ ਤਾਂ ਦਿੰਦੇ, ਕਿਤੇ ਪੜ੍ਹ ਕੇ ਕਾਨੇ ਆਊਂ ਨਾ, ਉਹ ਹੀਰੇ ਮੈਂ ਉਹ ਹੀਰੋ ਨਾ, ਕਿਤੇ ਬ੍ਰਹਮ ਨਾ ਬਣ ਬੈਠੇ। ਉਹਨਾਂ ਦੇ ਬਚਨ ਹੈ, ਕਹਿੰਦੇ ਕਿਤੇ ਬ੍ਰਹਮ ਨਾ ਬਣ ਬੈਠੇ ਹੋ। ਇਹ ਅਦਵੈਤ ਸਿਧਾਂਤ ਜਿਹੜਾ ਪੁਸਤਕ ਹੈ ਨਾ, ਇਹ ਜਿਵੇਂ ਵਿਚਾਰ ਸਾਗਰ ਵਾਲੇ ਨੇ ਕਿਹਾ ਨਾ, ਮਤ ਮੈਂ ਲਿਖਿਆ, ਮਤ ਲਿਖਿਆ ਸੋ ਮੈਂ ਸ਼ੁੱਧ ਅਪਾਰ, ਇਹ ਕਿਤੇ ਸੁੱਧ ਸਰੂਪ ਨਾ ਬਣ ਰਹੇ ਹੋ। ਸਿੰਘ ਕਹਿੰਦੇ ਨਹੀਂ ਮਹਾਰਾਜ, ਸਾਡੇ ਜਿਹੜੇ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਹੈ, ਉਹ ਤਾਂ ਆਪ ਨਹੀਂ ਕੁਛ ਹੁਣ ਤੱਕ ਬਣੇ, ਤੇ ਉਹਨਾਂ ਤੋਂ ਅਸੀਂ ਵਿਦਿਆ ਪੜ੍ਹ ਰਹੇ, ਅਸੀਂ ਕਿਵੇਂ ਬਣਾਂਗੇ। ਕਹਿੰਦੇ ਬਸ ਇਹੀ ਹੈ ਵੀ ਇਹ ਪੜ੍ਹ ਕੇ ਇਹਦਾ ਅਸਰ ਜੇ ਕੋਈ ਦੂਜੇ ਰੂਪ ਦੇ ਵਿੱਚ ਬਣ ਕੇ ਤੇ ਰੱਬ ਬਣ ਕੇ ਬਹਿ ਜਾਂਦਾ ਹੈ, ਤੇ ਤੁਸੀਂ ਨਾ ਕਿਤੇ ਬਣ ਬੈਠੇ ਹੋ। ਸੋ ਇਹ ਮਹਾਂਪੁਰਸ਼ਾਂ ਨੇ ਇਸ ਅਸਥਾਨ 'ਤੇ ਬੈਠ ਕੇ ਬੰਦਗੀ ਕੀਤੀ, ਘਾਲਣਾ ਕੀਤੀ, ਕਮਾਈ ਕੀਤੀ, ਤੇ ਇਹਨੂੰ ਭਾਗ ਲੱਗੇ ਹੋਏ ਹੈ। ਇਸ ਅਸਥਾਨ 'ਤੇ ਜਦੋਂ ਵੀ ਕਿਤੇ ਮਹਾਂਪੁਰਸ਼ ਆਉਂਦੇ ਸਨ ਤੇ ਲੰਗਰ ਪਾਣੀ ਉਹ ਮਹਾਂਪੁਰਸ਼ ਕਰਿਆ ਕਰਦੇ ਸਨ। ਦੂਜੀ ਵਾਰ ਜਦੋਂ ਜੱਥਾ ਆਇਆ, ਉਦੋਂ ਕਢਾਣੀ ਕਲਾਂ ਵਿਖੇ ਮਹਾਂਪੁਰਸ਼ਾਂ ਨੇ ਸਿੰਘ ਭੇਜੇ ਕਿ ਮਹਾਰਾਜ ਇੱਕ ਦਿਨ ਲੰਗਰ ਪਾਣੀ ਦੀ ਸੇਵਾ ਸਾਨੂੰ ਦਿਓ। ਤੇ ਪੁੱਛਿਆ ਵੀ ਕੋਈ ਲੰਗਰ ਦੇ ਕਿੰਨੇ ਪ੍ਰਸ਼ਾਦੇ ਆਏ ਹੈ। ਉਹ ਕਹਿੰਦੇ ਜੀ ਇਹ ਤਾਂ ਪਹਿਲਾਂ ਹੀ ਬੁੱਕ ਹੋਏ ਪਏ ਹੈ, ਕੋਈ ਦਿਨ ਨਹੀਂ ਵਿਹਲਾ।
ਮਹਾਂਪੁਰਸ਼ ਕਹਿੰਦੇ ਚੰਗਾ ਵੀ ਜਿੱਦਣ ਜੱਥਾ ਇੱਥੋਂ ਅੱਗੇ ਜਾਊ ਨਾ, ਇੱਥੋਂ ਦੀ ਤੁਸੀਂ ਲੰਘਣਾ ਅੱਗੇ, ਚਲ ਇੱਥੇ ਜਾਂਦੇ ਜਾਂਦੇ ਦਰਸ਼ਨ ਦੇਣਾ, ਅਸੀਂ ਵੀ ਦਰਸ਼ਨ ਕਰ ਲਾਂਗੇ ਤੇ ਉਹ ਵੀ ਇਸ ਸਥਾਨ ਦੇ ਦਰਸ਼ਨ ਕਰਨ ਲਈ ਜਾਂਦੇ ਜਾਂਦੇ ਕਰ ਲਾਂਗੇ। ਰੱਬ ਦੀ ਨੇਤ, ਜਿਹੜਾ ਬੱਸ ਵਾਲਾ ਕੋਈ ਲੇਟ ਆਇਆ, ਉਹਨੇ ਡਰਾਈਵਰ ਦੇ ਕੰਨ 'ਚ ਫੂਕ ਮਾਰਤੀ, ਕਹਿੰਦਾ ਵੀ ਤੈਨੂੰ ਕੋਈ ਕਹੀ ਜਾਵੇ ਤੂੰ ਬੱਸ ਨਹੀਂ ਰੋਕਣੀ। ਹੁਣ ਗੱਲਬਾਤ ਤਾਂ ਸਾਰੀ ਪੱਕੀ ਹੋਈ ਸੀ ਵੀ ਚਲੋ ਜਾਂਦੇ ਜਾਂਦੇ ਦਰਸ਼ਨ ਮੇਲੇ ਹੋ ਜਾਣਗੇ। ਉਹ ਡਰਾਈਵਰ ਨੇ ਕੀ ਕੀਤਾ, ਬੱਸ ਕਿਸੇ ਨੇ ਸੁਣੀ ਨਹੀਂ, ਦਬਲ ਕੇ ਲੈ ਗਿਆ ਬੱਸ। ਤੇ 15 ਦਿਨਾਂ ਪਿੱਛੋਂ ਜਦੋਂ ਪ੍ਰੋਗਰਾਮ ਸਮਾਪਤ ਹੋਇਆ, ਫਿਰ ਸੰਤ ਗਿਆਨੀ ਮੋਹਨ ਸਿੰਘ ਜੀ ਵਿਸ਼ੇਸ਼ ਤੌਰ 'ਤੇ ਮਹਾਂਪੁਰਸ਼ਾਂ ਕੋਲ ਇੱਥੇ ਆਏ ਸੀਗੇ। ਕਹਿੰਦੇ ਮਹਾਰਾਜ ਤੁਹਾਨੂੰ ਮਹਾਤਮਾ ਨੂੰ ਕੀ ਕਹਿਣਾ ਹੈ, ਤੁਹਾਨੂੰ ਸਭ ਕੁਛ ਹੀ ਪਤਾ ਹੈ। ਤੇ ਨਾਲ ਜਿਵੇਂ ਉਹਨਾਂ ਦਾ ਨਿਮਰਤਾ ਸੀ, ਕਹਿੰਦੇ ਮਹਾਰਾਜ ਖਿਮਾ ਕਰ ਦੇਣੀ। ਕਹਿੰਦੇ ਭਾਈ ਮਹਾਂਪੁਰਸ਼ ਕਹਿੰਦੇ ਭਾਈ ਤੁਹਾਡਾ ਤਾਂ ਕੋਈ ਕਸੂਰ ਨਹੀਂ, ਇਹ ਤਾਂ ਡਰਾਈਵਰ ਲੈ ਗਿਆ ਦਬਲ ਕੇ, ਤੁਸੀਂ ਥੋੜ੍ਹਾ ਦਬਲ ਕੇ ਬੱਸ ਲਗਾਏ। ਇਸ ਤਰ੍ਹਾਂ ਦੇ ਬਚਨ ਵਿਲਾਸ ਉਹਨਾਂ ਨਾਲ ਹੋਏ। ਸੰਤ ਗਿਆਨੀ ਮੋਹਨ ਸਿੰਘ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਸਨ, ਕਿਉਂਕਿ ਉਹਨਾਂ ਦੇ ਸੰਬੰਧ ਵਿੱਚ ਮਹਾਂਪੁਰਸ਼ਾਂ ਨੇ ਆ ਸਮਾਂ ਬਣਾਇਆ ਹੈ, ਉਦਮ ਕੀਤਾ ਹੈ। ਇਹ ਵਧਾਈ ਦੇ ਪਾਤਰ ਹੈ ਮਹਾਂਪੁਰਸ਼। ਤੁਹਾਡੇ ਦਰਸ਼ਨ ਮਹਾਤਮਾ ਨੂੰ ਕਰਨ ਨੂੰ ਮਿਲ ਰਹੇ ਹੈ, ਅਤੇ ਮਹਾਂਪੁਰਸ਼ਾਂ ਦੇ ਬਚਨ ਵਿਲਾਸ ਕਰਨ ਵਾਸਤੇ ਮੈਨੂੰ ਇਹ ਸੁਭਾਗ ਸਮਾਂ ਹੋਇਆ ਹੈ। ਅੱਧਾ 1 ਘੰਟਾ ਸਮਾਂ ਮੈਨੂੰ ਦਿੱਤਾ ਗਿਆ ਹੈ, 5-7 ਮਿੰਟ ਹੋਰ ਰਹਿੰਦੇ ਹਨ। ਉਹਨਾਂ ਵਿੱਚ ਹੀ ਮੈਂ ਸੰਤ ਗਿਆਨੀ ਗੁਰਬਚਨ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਸੰਬੰਧ ਵਿੱਚ ਕੁਝ ਕਹਾਂਗਾ। ਸ੍ਰੀ ਅਨੰਦਪੁਰ ਸਾਹਿਬ ਵਿਖੇ ਨੇਤਰਹੀਣ ਵਿਦਿਆਲਾ ਹੈ। ਇਹ ਜਗ੍ਹਾ ਜਿਹੜੀ ਹੈ ਹਜ਼ੂਰ ਸਾਹਿਬ ਦੇ ਵਿੱਚ ਪੁਜਾਰੀ ਦੀ ਸੇਵਾ ਕਰਨ ਵਾਲੇ ਬਾਬਾ ਹਰਨਾਮ ਸਿੰਘ ਜੀ ਸਨ। ਉੱਥੇ ਕੋਈ ਕਿਸੇ ਗੱਲੋਂ ਤਕਰਾਰ ਹੋ ਗਿਆ ਸੀ, ਉਹਨਾਂ ਤੋਂ ਪੁਜਾਰੀ ਦੀ ਸੇਵਾ ਖੋਹ ਲਈ ਗਈ ਸੀ। ਫਿਰ ਉਹ ਬਰਾਗ ਵਿੱਚ ਰਹਿੰਦੇ ਸਨ ਤੇ ਗੁਰੂ ਕਲਗੀਧਰ ਜੀ ਨੂੰ ਕਹਿੰਦੇ ਮਹਾਰਾਜ ਵੀ ਹੁਣ ਮੈਂ ਦੱਸੋ ਕਿੱਥੇ ਜਾਵਾਂ, ਕਿੱਥੇ ਜਾਵਾਂ। ਇਹ ਆਪ ਹੀ ਉਹਨਾਂ ਨੇ ਸਾਰਾ ਕੁਝ ਦੱਸਿਆ ਸੀ। ਕਹਿੰਦੇ ਗੁਰੂ ਕਲਗੀਧਰ ਜੀ ਨੇ ਕਿਹਾ ਵੀ ਤੂੰ ਸ੍ਰੀ ਅਨੰਦਪੁਰ ਸਾਹਿਬ ਚਲਾ ਜਾ, ਇਹ ਵੀ ਸਾਡਾ ਤਖਤ ਹੈ, ਉਹ ਵੀ ਸਾਡਾ ਤਖਤ ਹੈ। ਉੱਥੇ ਜਾ ਕੇ ਸੇਵਾ ਕਰ ਲੈ, ਉੱਥੇ ਜਾ ਕੇ ਜਗ੍ਹਾ ਬਣਾ ਲੈ, ਉੱਥੇ ਬੈਠ ਕੇ ਨਾਮ ਜਪ ਲੈ। ਕਹਿੰਦੇ ਉਹ ਮਹਾਰਾਜ ਦੀ ਆਗਿਆ ਨਾਲ ਫਿਰ ਮੈਂ ਇੱਥੇ ਆ ਜਗ੍ਹਾ ਆ ਕੇ ਖਰੀਦ ਲਈ। ਆਬਾਦ ਹੋ ਗਈ ਜਗ੍ਹਾ। ਮੇਰੇ ਮਨ ਦਾ ਫੁਰਨਾ ਸੀ ਵੀ ਇਹ ਜਗ੍ਹਾ 'ਤੇ ਕੋਈ ਕਥਾ ਵਾਰਤਾ ਹੋਵੇ ਜਾਂ ਕੀਰਤਨ ਹੋਵੇ, ਕੋਈ ਨਾ ਕੋਈ ਵਿਦਿਆਲਾ ਚੱਲੇ। ਇਸ ਤਰ੍ਹਾਂ ਦਾ ਮੇਰਾ ਫੁਰਨਾ ਬਣਿਆ ਤੇ ਫਿਰ ਖਿਆਲ ਆਇਆ ਵੀ ਇਹ ਜਿਹੜੀ ਜਗ੍ਹਾ ਹੈ ਹੁਣ ਕਿਸ ਨੂੰ ਸੰਭਾਲੀ ਜਾਵੇ। ਸਾਰੇ ਚਾਹੁੰਦੇ ਸੀ ਵੀ ਸਾਨੂੰ ਇਹ ਮਿਲ ਜਾਏ, ਸਾਨੂੰ ਮਿਲ ਜਾਏ, ਕਿਉਂਕਿ ਸਟੇਸ਼ਨ ਦੇ ਬਹੁਤ ਨੇੜੇ ਜਗ੍ਹਾ ਹੈ ਇਹ, ਅਤੇ ਅੱਜ ਕੱਲ੍ਹ ਇਹਦੀ ਕਰੋੜਾਂ ਰੁਪਏ ਕੀਮਤ ਹੈ। ਬਹੁਤ ਮਹਿੰਗੀ ਜਗ੍ਹਾ ਹੈ, ਰੋਡ ਦੇ ਉੱਪਰ ਹੈ। ਫਿਰ ਅਖੀਰੀ ਮਨ ਵਿੱਚ ਖਿਆਲ ਆਇਆ ਵੀ ਇਹ ਮੈਂ ਜਗ੍ਹਾ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਭੇਟਾ ਕਰਾਂ, ਉਹ ਮੇਰਾ ਇਹ ਮਨ ਦਾ ਫੁਰਨਾ ਪੂਰਾ ਕਰ ਦੇਣਗੇ। ਉਹ ਇੱਥੇ ਜਾਂ ਤਾਂ ਕੋਈ ਕਥਾ ਦਾ ਪ੍ਰਬੰਧ ਕਰ ਦੇਣਗੇ, ਨਹੀਂ ਕੋਈ ਨਾ ਕੋਈ ਕੀਰਤਨ ਵਿਦਿਆਲਾ ਖੋਲ੍ਹ ਦੇਣਗੇ। ਕਹਿੰਦੇ ਮੈਂ ਇਹਨਾਂ ਕੋਲ ਆਇਆ, ਬੇਨਤੀ ਕੀਤੀ ਕਿ ਮਹਾਰਾਜ ਮੈਂ ਅਨੰਦਪੁਰ ਸਾਹਿਬ ਜਗ੍ਹਾ ਮਹਾਰਾਜ ਦੇ ਹੁਕਮ ਨਾਲ ਖਰੀਦੀ ਹੈ, ਆਬਾਦ ਕੀਤੀ ਹੈ, ਉਹਨੂੰ ਮਹਾਰਾਜ ਹੁਣ ਤੁਸੀਂ ਸੰਭਾਲੋ। ਇਹ ਮਹਾਂਪੁਰਸ਼ ਕਹਿੰਦੇ ਮੈਂ ਤਾਂ ਆਹ ਜਿਹੜੀ ਜਗ੍ਹਾ ਇਹ ਕਿਸੇ ਨੂੰ ਸੰਭਾਲਣ ਨੂੰ ਫਿਰਦਾ, ਮੇਰੇ ਤਾਂ ਇਹ ਨਹੀਂ ਸਮਝੀ ਤੇਰੀ ਕਿਵੇਂ ਸੰਭਾਲਾਂ।
ਮੈਥੋਂ ਨਹੀਂ ਸੰਭਾਲੀ ਜਾਣੀ ਹੈ, ਤੂੰ ਹੋਰ ਕਿਸੇ ਨੂੰ ਦੇ ਦੇ। ਉਹ ਫਿਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਕੋਲ ਬੋਲਿਆ, ਕਹਿੰਦਾ ਵੀ ਬਾਕੀ ਤਾਂ ਮੇਰੇ ਮਗਰ ਪਏ ਆ ਵੀ ਸਾਡੇ ਨਾਲ ਵਾ, ਸਾਡੇ ਨਾਲ ਵਾ। ਮੈਂ ਜਿਨ੍ਹਾਂ ਦੇ ਨਾਲ ਹੋਣਾ ਚਾਹੁੰਦਾ ਉਹ ਕਹਿੰਦੇ ਨੇ ਸੀ, ਤੂੰ ਸਾਡੀ ਸੰਭਾਲ ਲਾ। ਤੇ ਹੁਣ ਦੱਸੋ, ਉਹ ਸਿਆਣੇ ਸੀ, ਉਹ ਕਹਿੰਦੇ ਤੂੰ ਓਂ ਕਰ, ਵਸੀਤ ਉਹਨਾਂ ਦੇ ਨਾਂ ਕਰਦੇ, ਬਾਕੀ ਅਸੀਂ ਆਪੇ ਸੰਭਾਲੀ ਜਾਵਾਂਗੇ ਮਗਰੋਂ, ਤੂੰ ਆਪਣਾ ਫਰਨਾ ਪੂਰਾ ਕਰ। ਫਿਰ ਸਿੰਘਾਂ ਨੇ ਪੁੱਛ ਲਿਆ ਵੀ ਤੂੰ ਬਾਕੀਆਂ ਨੂੰ ਕਿਉਂ ਨਹੀਂ ਦਿੰਦਾ, ਇਹਨਾਂ ਨੂੰ ਕਿਉਂ ਦਿੰਦਾ ਹੈ? ਉਹ ਤੇਰੇ ਮਗਰ ਮਿਰ ਫਿਰਦੇ, ਇਹਨਾਂ ਦੇ ਉਹ ਮੰਨਦੇ ਨਹੀਂ ਹੈ, ਤੂੰ ਵਸੀਤ ਇਹਨਾਂ ਦੇ ਨਾਂ ਕਰਾਈ ਜਾਂਦਾ ਹੈ। ਉਹ ਕਹਿੰਦਾ ਵੀ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਸੀ, ਪਰ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਵੀ ਕਾਰਨ ਇਹ ਹੈ। ਕਾਰਨ ਕੀ ਹੈ? ਕਹਿੰਦੇ ਵੀ ਇਹ ਜਦੋਂ ਇੱਥੇ ਹਜ਼ੂਰ ਸਾਹਿਬ ਗੋਦਾਵਰੀ ਦੇ ਪਰਲੇ ਪਾਸੇ ਜਾ ਕੇ ਖੜ ਕੇ ਬੰਦਗੀ ਕਰਿਆ ਕਰਦੇ ਸਨ। ਇੱਕ ਵਾਰੀ ਕਹਿੰਦੇ ਇਹਨਾਂ ਦੀ ਸਮਾਧੀ ਲੱਗ ਗਈ ਸੀ, ਜਿਵੇਂ ਹਰੀ ਸਿੰਘ ਰੰਧਾਵੇ ਵਾਲੇ ਮਹਾਂਪੁਰਸ਼ ਕਹਿ ਰਹੇ ਨੇ ਵੀ ਸਮਾਧੀ ਵੀ ਕਹਿੰਦੇ ਲੱਗ ਜੇ ਫਿਰ ਖੁੱਲ੍ਹਣੀ ਨਹੀਂ। ਇਹਨਾਂ ਦੀ ਵੀ ਕਹਿੰਦੇ ਐਸੀ ਸਮਾਧੀ ਲੱਗ ਗਈ ਸੀ। 7-8 ਦਿਨ ਕਹਿੰਦੇ ਅੰਤਰਮੁਖ ਹੋਏ ਸੰਤ ਗਿਆਨੀ ਮੋਹਨ ਸਿੰਘ ਜੀ ਬੈਠੇ ਰਹੇ। ਰਾਤ ਨੂੰ ਕਿਤੇ 9-10 ਵਜੇ ਸਮਾਧੀ ਇਹਨਾਂ ਦੀ ਖੁੱਲ੍ਹੀ। ਮੈਂ ਕਹਿੰਦੇ ਇੱਧਰੋਂ ਮਹਾਰਾਜ ਦੀ ਸੇਵਾ ਕਰਕੇ ਆਪਣੇ ਆਸਣ 'ਤੇ ਜਾ ਚੁੱਕਿਆ ਸੀ, ਅਜੇ ਸੌਣ ਦੀ ਤਿਆਰੀ ਕਰ ਰਿਹਾ ਸੀ। ਆਵਾਜ਼ ਆਈ, ਉਹ ਹੈਡ ਪੁਜਾਰੀ ਉੱਠ, ਜੋ ਗੁਰੂ ਕੇ ਲੰਗਰ ਵਿੱਚ ਤੇਰੇ ਪ੍ਰਸ਼ਾਦਾ ਪਿਆ ਥਾਲ ਵਿੱਚ ਪਾ, ਢੱਕ ਕੇ ਗੋਦਾਵਰੀ ਵੱਲ ਨੂੰ ਚੱਲ। ਸਾਡਾ ਜਿਹੜਾ ਸਿੰਘ ਹੈ 7 ਦਿਨਾਂ ਦਾ ਭੁੱਖਾ ਬੈਠਾ, ਉਹਨੂੰ ਜਾ ਕੇ ਭੋਜਨ ਛਕਾ। ਇੱਥੇ ਬੈਠਾ ਉਹ। ਕਹਿੰਦੇ ਮੈਂ ਫਟਾਫਟ ਉੱਠਿਆ, ਜੋ ਗੁਰੂ ਕੇ ਲੰਗਰ ਵਿੱਚ, ਕਿਉਂਕਿ ਹੈਡ ਪੁਜਾਰੀ ਦਾ ਪ੍ਰਸ਼ਾਦਾ ਲੰਗਰ ਵੱਖਰਾ ਚੱਲਦਾ ਹੈ, ਹੁਣ ਵੀ ਚੱਲਦਾ ਹੈ, ਬਾਕੀ ਲੰਗਰ ਵੱਖਰਾ ਚੱਲਦਾ ਹੈ। ਉੱਥੋਂ ਮੈਂ ਕਹਿੰਦੇ ਥਾਲ 'ਚ ਪਾਇਆ, ਚੁੱਕ ਕੇ ਜਿੱਥੇ ਉਹ ਮਹਾਰਾਜ ਨੇ ਮੈਨੂੰ ਸੇਧ ਦਿੱਤੀ ਸੀ ਉਸੇ ਤਰ੍ਹਾਂ ਮੈਂ ਕਹਿੰਦੇ ਗੋਦਾਵਰੀ ਪਾਰ ਹੋਇਆ। ਜਿੱਥੇ ਮਹਾਂਪੁਰਸ਼ ਬੈਠੇ ਸੀ ਮੇਰੇ ਵੱਲ ਹੀ ਵੇਖ ਕੇ ਕਹਿੰਦੇ ਹੱਸ ਪਏ। ਕਹਿੰਦੇ ਤੂੰ ਕਿਵੇਂ ਹੈਡ ਪੁਜਾਰੀ ਆ? ਕਹਿੰਦਾ ਮਹਾਰਾਜ ਨੇ ਮੈਨੂੰ, ਮਹਾਰਾਜ ਨੇ ਕਿਹਾ ਵੀ ਤੂੰ ਜਾ ਉੱਥੇ 7 ਦਿਨਾਂ ਤੋਂ ਭੁੱਖਾ ਬੈਠਾ, ਪ੍ਰਸ਼ਾਦਾ ਛਕਾ ਤਾ ਉਹਨਾਂ ਨੂੰ। ਇਹ ਮਹਾਰਾਜ ਦਾ ਭੇਜਿਆ ਹੋਇਆ ਵੈਸੇ। ਕਹਿੰਦੇ ਫਿਰ ਉਹ ਐਸਾ ਕੁਛ ਦੇਖ ਕੇ ਵੀ ਜਿਹਦੇ ਉੱਪਰ ਮਹਾਰਾਜ ਦੀ ਕਿਰਪਾ ਐਡੀਆਂ ਵੱਡੀਆਂ ਸਮਾਧੀਆਂ ਇਹ ਲਾਉਂਦਾ ਹੈ, ਫਿਰ ਇਹੋ ਜਿਹੇ ਨੂੰ ਹੀ ਜਗ੍ਹਾ ਮੈਂ ਇਹ ਭੇਟਾ ਕਰਾਂ। ਕਹਿੰਦੇ ਇਸ ਕਰਕੇ ਮੇਰਾ ਇਹ ਤੀਬਰ ਫੁਰਨਾ ਬਣਿਆ ਸੀ ਵੀ ਜੇ ਜਗ੍ਹਾ ਭੇਟਾ ਕਰਨੀ ਤਾਂ ਇਹਨਾਂ ਨੂੰ ਕਰਨੀ, ਇਹ ਮਹਾਨ ਹੈ। ਇੱਕ ਵਚਨ ਮੈਂ ਹੋਰ ਕਹਿ ਕੇ ਮਹਾਂਪੁਰਸ਼ਾਂ ਦਾ ਸਮਾਪਤੀ ਕਰਾਂਗਾ, ਕਿਉਂਕਿ 2 ਮਿੰਟ ਬਾਕੀ ਰਹਿੰਦੇ। ਉਹ ਸੀ ਇੱਕ ਬਹੁਤ ਤਕੜਾ ਅਫਸਰ, ਬੰਦਗੀ ਘਾਲਣਾ ਕਰਦਾ ਸੀ। ਘਾਲਣਾ ਕਰਦਿਆਂ ਕਰਦਿਆਂ ਅਵਸਥਾ ਜਦੋਂ ਉਹਦੀ ਖੁੱਲ੍ਹੀ, ਉਹਦੇ ਵੀ ਥੋੜ੍ਹਾ ਬਹੁਤਾ ਰੁਕਾਵਟ ਆਈ। ਉਹਦੇ ਸਾਧੂਆਂ ਸੰਤਾਂ ਨੂੰ ਉਹਨੇ ਅਵਸਥਾ ਦੀ ਗੱਲ ਪੁੱਛੀ, ਕਿਸੇ ਨੇ ਕੁਛ ਨਾ ਪੱਲੇ ਪਾਇਆ। ਅਖੀਰੀ ਕਿਸੇ ਨੇ ਕਿਹਾ ਵੀ ਜੇ ਤੂੰ ਕੋਈ ਅਵਸਥਾ ਦੀ ਗੱਲ ਦਾ ਨਿਰਣਾ ਕਰਨਾ ਨਾ, ਫਿਰ ਅੱਜ ਦੇ ਸਮੇਂ ਮਹਾਨ ਅਵਸਥਾ ਦੇ ਮਾਲਕ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਿੱਚ ਬੈਠੇ ਹੈ। ਉਹ ਕਿਸੇ ਨਾਲ ਗੱਲ-ਗੁੱਲ ਤਾਂ ਕਰਦੇ ਨਹੀਂ ਹੈ, ਬਾਹਰ ਨਹੀਂ ਨਿਕਲਦੇ, ਅੰਦਰ ਹੀ ਰਹਿੰਦੇ ਹੈ। ਉਹ ਤੇਰੀ ਤਸੱਲੀ ਕਰਾ ਦੇਣਗੇ, ਹੋਰ ਨਹੀਂ ਕਿਸੇ ਨੇ ਕਰਾਣੀ। ਇਸ ਅਵਸਥਾ 'ਤੇ ਜੇ ਕੋਈ ਪੁੱਜਿਆ ਹੋਊ ਤਾਂ ਹੀ ਤੇਰੀ ਤਸੱਲੀ ਕਰਾਊ, ਇਸ ਤੋਂ ਅੱਗੇ ਜਿਹੜਾ ਲੰਘਿਆ ਹੋਊਗਾ। ਤੂੰ ਉਹਨਾਂ ਕੋਲ ਜਾ, ਪਰ ਇੰਨੀ ਗੱਲ ਹੈ ਵੀ ਜਿਹੜੇ ਬਾਡੀਗਾਰਡ ਜੇ ਨਾ, ਇਹ ਨਾ ਕਿਤੇ ਉੱਥੇ ਲੈ ਜਾਈਂ, ਤੂੰ ਇਕੱਲਾ ਜਾਈਂ। ਫਿਰ ਉਹ ਇੱਥੇ ਆਇਆ ਸੀ ਭਿੰਡਰਾਂ।
ਤੇ ਮਹਾਂਪੁਰਸ਼ ਆਪਣੇ ਕਮਰੇ ਵਿੱਚ ਬੈਠੇ ਸਨ ਤੇ ਜਿੱਥੇ ਦੀਵਾਨ ਹਾਲ ਹੈ, ਦੁਸਹਿਰਾ ਮਨਾਇਆ ਗਿਆ, ਇੱਥੇ ਕੋ ਉਹ ਪਾਸੇ ਜਿਹੇ ਹੋ ਕੇ ਅਫਸਰ ਬੈਠ ਗਿਆ ਸੀ। ਇੱਕ ਸਿਰਫ ਉਹਦੇ ਨਾਲ ਆਇਆ ਸੀ ਨਾਲ, ਬਾਕੀ ਸਾਰੇ, ਬੜਾ ਤਕੜਾ ਸੀ ਉਹ। ਕਹਿ ਦਿੱਤਾ ਵੀ ਨਹੀਂ, ਕਿਸੇ ਨੇ ਨਹੀਂ ਆਉਣਾ ਹੈ। ਤੇ ਸਮੇਂ ਅਨੁਸਾਰ ਸੰਤ ਗਿਆਨੀ ਮੋਹਨ ਸਿੰਘ ਜੀ ਕਮਰੇ ਤੋਂ ਬਾਹਰ ਆਏ ਤੇ ਉਹ ਦੇਖ ਕੇ ਖੜਾ ਹੋ ਗਿਆ, ਹੱਥ ਜੋੜੇ। ਹੱਥ ਜੋੜ ਕੇ ਉਹਨੇ ਐ ਸੀਸ ਜਿਹਾ ਝੁਕਾਤਾ ਤੇ ਨਾਲ ਦੇ ਸਾਥੀ ਨੂੰ ਕਹਿੰਦੇ ਵੀ ਚੱਲ ਵੀ ਚਲੀਏ। ਉਹ ਕਹਿੰਦਾ ਮਹਾਰਾਜ ਵੀ ਤੁਸੀਂ ਸਾਹਿਬ ਜੀ ਕਈ ਮਹੀਨਿਆਂ ਦੇ ਤਾਂ ਗੱਲਾਂ ਬਾਤਾਂ ਕਰਦੇ ਵੀ ਮਹਾਂਪੁਰਸ਼ਾਂ ਤੋਂ ਤਸੱਲੀ ਕਰਾਉਣੀ ਹੈ, ਹੁਣ ਕਹਿੰਦੇ ਚੱਲ। ਕਹਿੰਦੇ ਇਹ ਤਾਂ ਸਾਧੂ ਦੀ ਮੌਜ ਹੈ, ਭਾਵੇਂ ਕੋਲ ਵਿਖਾ ਕੇ ਕਰ ਲੈ, ਭਾਵੇਂ ਦੂਰੋਂ ਕਰਦੇ, ਤਾਂ ਉਹ ਤਾਂ ਤਸੱਲੀ ਤਾਂ ਉਹਨੇ ਹੀ ਕਰਾਉਣੀ। ਉਹਨਾਂ ਨੇ ਕਰਾਤੀ ਮੇਰੀ ਤਸੱਲੀ, ਮੈਨੂੰ ਹੁਣ ਉਹਨਾਂ ਨੇ ਦੌੜ ਨਹੀਂ ਕੋਲ ਜਾਣ ਦੀ। ਜਿਹੜੀ ਗੱਲ ਮੈਂ ਲੈ ਕੇ ਆਇਆ ਸੀ ਨਾ, ਇੱਥੋਂ ਮੇਰਾ ਘਰ ਪੂਰਾ ਉਹਨਾਂ ਨੇ ਕਰ ਦਿੱਤਾ ਹੈ। ਆ ਜਿਹੜੇ ਮੈਂ ਲਫ਼ਜ਼ ਅੱਜ ਕਹਿ ਰਿਹਾ, ਇੱਥੇ ਪਹਿਲੀ ਵਾਰ ਕਹਿ ਰਿਹਾ, ਕਿਉਂਕਿ ਉਹ ਇਹੋ ਜਿਹੇ ਲਫ਼ਜ਼ ਸੁਣਨ ਨੂੰ ਤਿਆਰ ਨਹੀਂ ਸੀ ਮਹਾਂਪੁਰਸ਼। ਸੋ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾ ਹੈ ਸੁਆਓ, ਜਨ ਕਾ ਸੰਗ ਚਿਤ ਆਵੈ ਨਾਉ। ਆ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਮਹਾਂਪੁਰਸ਼ ਤੇ ਉਹ ਮਹਾਂਪੁਰਸ਼, ਹੋਰ ਜਿੰਨੇ ਮਹਾਂਪੁਰਸ਼ ਹੈ, ਜਿਨ੍ਹਾਂ ਦੀ ਆਤਮਾ ਪਰਮਾਤਮਾ ਵਿੱਚ ਮਿਲ ਜਾਏ, ਉਹ ਕੋਈ ਘੱਟ ਨਹੀਂ ਹੁੰਦਾ, ਉਹ ਮਹਾਨ ਹੀ ਹੁੰਦਾ ਹੈ। ਸੋ ਇਹ ਵੀ ਮਹਾਂਪੁਰਸ਼ ਮਹਾਨ, ਜਿਹੜੇ ਪਹਿਲਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਹੋ ਚੁੱਕੇ ਹੈ, ਬਾਬਾ ਕਰਮ ਸਿੰਘ ਜੀ ਹੋਤੀ ਵਰਦਾਨ ਵਾਲੇ ਹੋ ਚੁੱਕੇ ਹੈ, ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਹੋ ਚੁੱਕੇ ਹੈ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਹੋ ਚੁੱਕੇ ਹੈ। ਬਸ ਇੱਕ ਵੇਖਣ ਨੂੰ ਸਰੀਰ ਵੱਖਰੇ ਵੱਖਰੇ ਆ, ਸਾਰੇ ਮਹਾਨ ਤੋਂ ਮਹਾਨ ਹੀ ਹੈ। ਇਹਨਾਂ ਕੁਝ ਕਹਿ ਕੇ ਦਾਸ ਖਿਮਾ ਦਾ ਜਾਚ ਸਾਰੇ ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।